प्यारे विद्यार्थियों सत श्री अकाल सारिਆਂ ਨੂੰ। ਅੱਜ ਅਸੀਂ ਕਰਾਂਗੇ HTML ਐਂਡ CSS। HTML है जो ਇਹ ਆਪਣੀ 10th ਕਲਾਸ ਦੇ ਬੱਚਿਆਂ ਲਈ ਵੀ ਹੈ ਤੇ +1 ਦੇ ਬੱਚਿਆਂ ਲਈ ਵੀ ਹੈ। ਇਸ ਦੇ ਵਿੱਚ ਅਸੀਂ ਸ਼ੁਰੂਆਤ ਕਿਵੇਂ ਕਰਨੀ ਹੈ, ਸਟਾਰਟ ਕੀ ਕਰਨਾ ਹੈ, HTML ਕੀ ਹੁੰਦਾ ਹੈ, ਇਹ ਅੱਜ ਸਾਰਾ ਕੁਝ ਕਰਾਂਗੇ ਆਪਾਂ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੈਬ ਡਿਜ਼ਾਈਨਿੰਗ ਕੀ ਹੈ, ਵੈਬ ਸਾਈਟ ਕੀ ਹੈ। ਵੈਬਸਾਈਟ ਤੁਸੀਂ ਅੱਜ ਕੱਲ੍ਹ ਸੁਣਿਆ ਹੋਣਾ, ਕੋਈ ਵੀ ਐਡਮਿਸ਼ਨ ਲੈਣੀ ਹੈ ਤਾਂ ਤੁਸੀਂ ਵੈਬਸਾਈਟ ਓਪਨ ਕਰਦੇ ਹੋ, PSCB ਦੀ ਵੈਬਸਾਈਟ ਓਪਨ ਕਰਦੇ ਹੋ, ਕਿਸੇ ਯੂਨੀਵਰਸਿਟੀ ਦੀ ਓਪਨ ਕਰਦੇ ਹੋ, ਉਸ 'ਚ ਐਡਮਿਸ਼ਨ ਡਾਊਨਲੋਡਸ 'ਚ ਜਾ ਕੇ ਤੁਸੀਂ ਉਹਦੇ ਐਡਮਿਸ਼ਨ ਫਾਰਮ ਡਾਊਨਲੋਡ ਕਰ ਸਕਦੇ ਹੋ ਅਤੇ ਸਾਰਾ ਕੁਛ ਜੋ ਵੀ ਹੈ ਪ੍ਰੋਸੈਸ ਔਨਲਾਈਨ ਹੁੰਦਾ। ਵੈਬ ਪੇਜਾਂ ਦੇ ਸਮੂਹ ਨੂੰ ਵੈਬਸਾਈਟ ਕਿਹਾ ਜਾਂਦਾ ਹੈ। ਪੰਜਾਬੀ ਇੰਗਲਿਸ਼ ਦੋਨੋਂ ਮੀਡੀਅਮਸ ਲਈ ਹੀ ਸਾਨੂੰ ਇੰਗਲਿਸ਼ ਵਿੱਚ ਹੀ ਕੋਡ ਲਿਖਣਾ ਪਏਗਾ, ਇਸ ਲਈ ਸਾਰੀ ਕੋਡਿੰਗ ਮੈਂ ਤੁਹਾਨੂੰ ਇੰਗਲਿਸ਼ ਵਿੱਚ ਹੀ ਦਿਖਾਵਾਂਗੀ। ਹੁਣ ਵੈਬਸਾਈਟ ਬਣਦੀ ਕਿੱਦਾਂ? ਵੈਬਸਾਈਟ ਬਣਾਉਣਾ ਹੀ ਵੈਬਸਾਈਟ ਡਿਜ਼ਾਈਨ ਕਰਨਾ ਕਹਾਉਂਦਾ ਹੈ ਅਤੇ ਵੈਬਸਾਈਟ ਡਿਜ਼ਾਈਨ ਕਰਨ ਵਾਸਤੇ ਸਾਨੂੰ ਵੈਬ ਡਿਜ਼ਾਈਨਿੰਗ ਲੈਂਗੁਏਜਿਸ ਆਉਣੀਆਂ ਚਾਹੀਦੀਆਂ ਨੇ। ਸਭ ਤੋਂ ਬੇਸਿਕ ਵੈਬ ਡਿਜ਼ਾਈਨਿੰਗ ਲੈਂਗੁਏਜ ਹੈ HTML। HTML ਹੈ ਜਿਹੜੀ, ਇਹਦਾ ਪੂਰਾ ਨਾਮ ਹੈ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। HTML ਦੇ ਵਿੱਚ ਸਾਡੇ ਕੋਲ ਕੁਝ ਟੈਗਸ ਹੁੰਦੇ ਨੇ ਜਿਨ੍ਹਾਂ ਨੂੰ ਇੰਸਟਰਕਸ਼ਨਸ ਕਿਹਾ ਜਾਂਦਾ ਹੈ। ਇਸ ਟੈਗਸ ਨੂੰ ਅਸੀਂ ਯੂਜ਼ ਕਰਦੇ ਹਾਂ ਤਾਂ ਕਿ ਅਸੀਂ ਵੈਬ ਪੇਜਿਸ ਨੂੰ ਡਿਜ਼ਾਈਨ ਕਰ ਸਕੀਏ। ਹਰ ਟੈਗ ਦਾ ਅਲੱਗ ਪਰਪਜ਼ ਹੈ। ਹੁਣ ਕੁਝ ਫੈਕਟ ਦੱਸਾਂਗੇ ਤੁਹਾਨੂੰ। HTML ਦਾ ਜੋ ਲੇਟੈਸਟ ਵਰਜ਼ਨ ਹੈ ਉਸ ਦਾ ਨਾਮ ਹੈ HTML5। ਡਿਫੋਲਟ ਪਲੇਅਰ ਹੈ YouTube ਦਾ, ਉਹ ਵੀ HTML 'ਚ ਡਿਵੈਲਪ ਹੋਇਆ ਅਤੇ ਗੂਗਲ ਐਡਸ ਜਿਹੜੀਆਂ ਵੀ ਬਣਦੀਆਂ ਨੇ ਸਭ ਤੋਂ ਪਹਿਲਾਂ ਉਹ HTML ਵਿੱਚ ਕਨਵਰਟ ਕੀਤੀਆਂ ਜਾਂਦੀਆਂ ਨੇ। ਸਟਾਰਟ ਕਰਨ ਵਾਸਤੇ ਸਭ ਤੋਂ ਪਹਿਲਾਂ ਸਟਾਰਟ ਆਲ ਪ੍ਰੋਗਰਾਮਸ, ਅਸੈਸਰੀਜ਼ ਅਤੇ ਨੋਟਪੈਡ 'ਤੇ ਕਲਿੱਕ ਕਰੋ। ਇਸ ਨਾਲ ਕੀ ਹੋਏਗਾ, ਸਾਡੀ ਸਕਰੀਨ 'ਤੇ ਨੋਟਪੈਡ ਦੀ ਵਿੰਡੋ ਖੁੱਲ੍ਹ ਜਾਏਗੀ। ਜੋ ਪੇਜ ਤੁਹਾਨੂੰ ਦਿਖ ਰਿਹਾ ਹੈ ਇਸ ਦੇ ਵਿੱਚ ਨੋਟਪੈਡ ਦੇ ਵਿੱਚ ਕੁਝ ਕੋਡ ਲਿਖਿਆ ਹੋਇਆ ਹੈ। ਸਟਾਰਟ HTML ਤੋਂ ਕਰਾਂਗੇ, ਬ੍ਰੈਕਟਸ ਦੇ ਵਿੱਚ ਸਟਾਰਟ ਕਰਨਾ ਹੁੰਦਾ ਹੈ, ਫਿਰ ਤੁਸੀਂ ਹੈਡ ਲਗਾਉਣਾ ਹੁੰਦਾ, ਦੈਨ ਟਾਈਟਲ, ਹੈਡ ਫੋਰ ਹੈਡਿੰਗ, ਟਾਈਟਲ ਦੇਣ ਵਾਸਤੇ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਕੀ ਟਾਈਟਲ ਦਿੱਤਾ, ਵੈਬ ਡਿਜ਼ਾਈਨਿੰਗ। ਟਾਈਟਲ ਖਤਮ ਹੋ ਗਿਆ, ਉਸਨੂੰ ਬੰਦ ਕੀਤਾ, ਬ੍ਰੈਕਟ ਬੈਕਸਲੈਸ਼ ਦੇ ਨਾਲ ਜਿਹੜਾ ਬੰਦ ਕਰਨਾ ਪਵੇ ਉਸਨੂੰ ਕੰਟੇਨਰ ਟੈਗ ਬੋਲਦੇ ਨੇ। ਜਿਹੜਾ ਨਹੀਂ ਬੰਦ ਕਰਨਾ ਪੈਂਦਾ ਟੈਗ ਉਸਨੂੰ ਐਮਪਟੀ ਟੈਗ ਬੋਲਦੇ ਨੇ। ਅੱਛਾ ਜੀ, ਹੈਡ ਬੰਦ ਕੀਤਾ। ਇਸ ਤੋਂ ਬਾਅਦ ਹੈਡਿੰਗ। ਬੋਡੀ ਉਹ ਟੈਗ ਹੈ ਜਿਸ ਦੇ ਵਿੱਚ ਸਾਰੇ ਤੁਸੀਂ ਕੰਟੈਂਟਸ ਲਿਖਣੇ ਹੁੰਦੇ ਨੇ। ਫੌਂਟ ਕਲਰ ਤੁਹਾਡੇ ਕਲਰਸ ਵਾਸਤੇ ਹੁੰਦਾ ਹੈ। ਫੌਂਟ ਸਾਈਜ਼ ਤੁਸੀਂ ਸਾਈਜ਼ ਚੇਂਜ ਕਰਨ ਵਾਸਤੇ ਯੂਜ਼ ਕਰਦੇ ਹੋ। ਬੋਡੀ ਟੈਗ ਬੰਦ ਕਰੋਗੇ ਤਾਂ ਤੁਹਾਡਾ ਉੱਥੇ ਕੰਟੈਂਟਸ ਖਤਮ ਹੋ ਜਾਣਗੇ। HTML ਕਲੋਜ਼ ਕਰਨ ਲਈ ਫਿਰ ਬੈਕਸਲੈਸ਼ ਪਾਓਗੇ ਅਤੇ HTML ਲਿਖੋਗੇ ਅਤੇ ਤੁਹਾਡਾ ਜਿਹੜਾ ਹੈਗਾ ਟੈਗ ਹੈ ਉਹ ਬੰਦ ਹੋ ਜਾਏਗਾ। ਮਤਲਬ ਪ੍ਰੋਗਰਾਮ ਪੂਰਾ ਹੋ ਗਿਆ। ਹੁਣ ਅਸੀਂ ਇਸ ਨੂੰ ਸੇਵ ਕਰਾਂਗੇ। ਹੁਣ ਅਸੀਂ ਸੇਵ ਕਰਾਂਗੇ ਇਸ ਨੂੰ। ਪਹਿਲਾਂ ਸੇਵ ਕਰਨ ਲਈ ਤੁਸੀਂ ਫਾਈਲ 'ਤੇ ਕਲਿੱਕ ਕਰੋ, ਸੇਵ ਐਜ਼ 'ਤੇ ਕਲਿੱਕ ਕਰਨਾ। ਸੇਵ ਐਜ਼ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਉਸਨੂੰ ਜਦੋਂ ਨਾਮ ਦਿਓਗੇ ਤਾਂ ਉਸ ਦੇ ਨਾਲ ਐਕਸਟੈਂਸ਼ਨ ਹੈ ਜਿਹੜੀ ਉਹ .html ਦਿਓਗੇ ਤਾਂ ਕਿ ਤੁਹਾਡੀ ਫਾਈਲ ਹੈ ਜਿਹੜੀ ਉਹ HTML ਪੇਜ ਬਣ ਕੇ ਤੁਹਾਡੀ ਡੈਸਕਟਾਪ 'ਤੇ ਚਲੀ ਜਾਏਗੀ। ਜਾਂ ਫਿਰ ਜਦੋਂ ਤੁਸੀਂ ਉਹਨੂੰ ਬਰਾਊਜ਼ ਕਰੋਗੇ ਇੰਟਰਨੈਟ ਐਕਸਪਲੋਰਰ ਖੋਲ੍ਹ ਕੇ ਜਾਂ ਗੂਗਲ ਕ੍ਰੋਮ ਖੋਲ੍ਹ ਕੇ, ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਉਸ 'ਤੇ ਬਰਾਊਜ਼ ਕਰੋਗੇ ਤਾਂ ਇਹ ਫਾਈਲ ਬਰਾਊਜ਼ ਕਰਨੀ ਹੈ ਤੁਸੀਂ ਜਿਹੜੀ ਨੋਟਪੈਡ ਦੀ ਬਣੀ ਹੋਈ ਹੈ .html ਨਾਲ ਜੋ ਸੇਵ ਕੀਤੀ ਹੈ। ਹੁਣ ਅਸੀਂ ਨਾਲ ਕੋਡਿੰਗ ਅਤੇ ਨਾਲ ਆਊਟਪੁੱਟ ਚੈੱਕ ਕਰਾਂਗੇ। ਕੋਡਿੰਗ ਦੇ ਵਿੱਚ ਸਟਾਰਟ ਕੀਤਾ, ਨੋਟਪੈਡ ਦੇ ਵਿੱਚ ਕੋਡ ਲਿਖਣਾ। ਸਭ ਤੋਂ ਪਹਿਲਾਂ HTML, ਫਿਰ ਹੈਡ ਪੋਰਸ਼ਨ ਅਸੀਂ ਸਟਾਰਟ ਕੀਤਾ, ਟਾਈਟਲ ਦਿੱਤਾ ਵੈਬ ਡਿਜ਼ਾਈਨਿੰਗ। ਵੈਬ ਪੇਜ ਦਾ ਟਾਈਟਲ ਸਾਡਾ ਵੈਬ ਡਿਜ਼ਾਈਨਿੰਗ ਹੈ। ਇਸ ਤੋਂ ਬਾਅਦ ਅਸੀਂ ਬੋਡੀ ਕੰਟੈਂਟ ਜੋ ਲਿਖਣਾ ਹੈ ਕਿ ਉਸ ਵਿੱਚ ਅਸੀਂ ਫੌਂਟ ਕਲਰ ਰੈੱਡ ਦੇਣਾ ਚਾਹੁੰਦੇ ਹਾਂ, ਫੌਂਟ ਸਾਈਜ਼ 75 ਦੇਣਾ ਚਾਹੁੰਦੇ ਹਾਂ। ਸਾਡਾ ਕੰਟੈਂਟ ਫਸਟ ਲਾਈਨ ਹੈ, ਵੈਲਕਮ ਟੂ ਦਾ ਵਰਲਡ ਆਫ HTML ਐਂਡ CSS। BR ਜਿਹੜਾ ਟੈਗ ਹੈ ਉਹ ਬ੍ਰੇਕ ਦੇਣ ਵਾਸਤੇ ਸ਼ੁਰੂ ਹੁੰਦਾ ਹੈ ਤਾਂ ਕਿ ਨਵੀਂ ਲਾਈਨ ਸ਼ੁਰੂ ਕਰ ਸਕੀਏ। ਨੈਕਸਟ ਅਸੀਂ ਬੋਲਡ ਟੈਗ ਯੂਜ਼ ਕੀਤਾ ਜਿਸ ਦੇ ਵਿੱਚ ਸਿਰਫ B ਪਾਈ ਹੈ ਬ੍ਰੈਕਟਸ ਦੇ ਵਿੱਚ। ਓਪਨ ਕੀਤਾ ਟੈਗ, ਦੈਨ ਆਈ ਇੰਜੋਇਡ ਮਾਈ ਫਸਟ ਕਲਾਸ। ਟੈਗ ਬੰਦ ਕੀਤਾ ਬਿਕੋਜ਼ ਇਹ ਕੰਟੇਨਰ ਟੈਗ ਹੈ ਜਿਸ ਨੂੰ ਪੇਅਰ ਟੈਗ ਵੀ ਬੋਲਿਆ ਜਾਂਦਾ ਹੈ। ਦੈਨ ਬ੍ਰੇਕ ਲਗਾ ਕੇ ਅਸੀਂ ਇਟਾਲਿਕ ਟੈਗ ਦਿੱਤਾ ਜਿਸ ਦਾ ਬਾਅਦ ਅਸੀਂ ਲਿਖਿਆ ਦਿਸ ਇਜ਼ ਇੰਟਰਸਟਿੰਗ। ਦੈਨ ਬ੍ਰੇਕ ਦਿੱਤੀ। ਉਸ ਤੋਂ ਬਾਅਦ ਅੰਡਰਲਾਈਨ ਵਾਸਤੇ ਦਿੱਤੀ ਓਨਲੀ ਯੂ। ਟੈਗਸ ਬੰਦ ਕੀਤੇ, ਯੂ ਕੈਨ ਡੂ ਇਟ ਤਾਂ ਅਸੀਂ ਇਸ ਟੈਗ ਨੂੰ ਵੀ ਬੰਦ ਕੀਤਾ
बिकॉज ये भी कंटेनर टैग है। बॉडी टैग बंद किया, HTML टैग बंद किया। यही साडा ही हुण आउटपुट की नज़र आई, तुसी राइट साइड ते देख सकते हो। फर्स्ट लाइन सिंपल है, सैकेंड बोल्ड है, थर्ड इटैलिक है, फोर्थ अंडरलाइंड है। हुण असीं सिखांगे कि वैब पेज ते टेबल्स किवें बनदे हन। देखो इस दे विच असीं टेबल बनाया है। सब तो पहलां असीं सेम प्रोसीजर HTML स्टार्ट किया, हैड पोर्शन स्टार्ट किया, टाइटल दे विच वैब डिज़ाइनिंग दिता ते हैड पोर्शन टाइटल बंद किया। बॉडी दे विच असीं की कीता H1 मीनस हैडिंग 1, फिर उसनूं क्लोज किया। उहदे विच कंटेंट साडा की है एग्जाम्पल। देखो उत्थे एग्जाम्पल उपर नज़र आ रहा है। हुण इहदे विच की होऊगा, सब तो पहलां असीं टेबल बॉर्डर दिता, उहदा साइज़ दिता सी 2, दैन टेबल रो, टेबल हैडिंग, डे लिखिया, उस तो बाद टेबल हैडिंग बंद किया, नैक्सट कंप्यूटर, फिर असी टेबल हैडिंग ते टेबल रो दोनों बंद किए। फिर इस तरह नैक्सट टेबल रो, फिर टेबल डाटा की दिता, उहदे विच असी मंडे, टेबल डाटा क्लोज किया, नैक्सट टेबल डाटा 10 दिता ते टेबल डाटा क्लोज किया, TD टेबल डाटा, फिर टेबल रो खत्म की। इसे प्रोसीजर दे नाल असी सारा टेबल बनाया। इस तरह तुहाडा मंडे, ट्यूसडे, वैनसडे, थर्सडे, फ्राइडे, सैटरडे का टेबल बन गया, जिस दे विच 10 AM जो भी दिता है टाइम दिता होया है, अते इस दे जो हैडिंग सी वो डे ते कंप्यूटर क्लास। कोई भी वैबसाइट जो तुसी खोलते हो तो तुसी देखते होगे उससे बहुत सारिया पिक्स लगियां होंदियां हन। पिक्स लगाउण लई सानू किहड़ा टैग वरतना चाहिदा है, तो उसका नाम है इमेज सोर्स। तुहानू लैफ्ट साइड ते दिख रहा है इसका फॉर्मैट। इस दे विच असी उसकी इमेज सोर्स दे विच असी जो पिक लगानी है उसकी लोकेशन दसी हुई है। वो लोकेशन दस्सण तो बाद ये बंद करांगे असी बॉडी टैग ते HTML टैग बंद करांगे, तो उसका साइज़ असी अपने अकॉर्डिंगली पिक का सैट कर सकते हैं, हाइट भी, विड्थ भी, तो इसका नाम भी। इसका नाम है इमेज ऑफ फ्लावर। तुसी अक्सर देखा होना वैबसाइट के उत्ते एक पेज तो दूजे पेज ते लिंक बने होंदे हन। वो लिंक किवें बनाना है, लैफ्ट साइड ते देखो जो टैग्स दिते हुए हैं उस विच टैग है AHREF एंकर टैग। हुण असी अपने पेज ते PSCP साइट का लिंक देना चाहते हाँ, तो असी PSP साइट का URL है जो वो एंकर टैग दे विच लिख दिता, तो उसनों असी नाम दिता टू ओपन PSCB। क्लिक हेयर, एंकर टैग बंद किया, बॉडी टैग बंद किया, तो हुण देखो साडा जो लिंक है पेज ते आ गया। कुछ टैग्स डिस्कस करांगे। P टैग पैराग्राफ लिए यूज़ होता है, B फॉर बोल्ड, I फॉर इटैलिक, U अंडरलाइन, फॉन्ट फॉर साइजेस एंड कलर्स एंड स्टाइल्स, फॉन्ट दे चेंज करने लिए। H1 हैडिंग नंबरस लगा लो, H1 H2 H3 हैडिंग्स देने वास्ते होंगे ने। OL ऑर्डर्ड लिस्ट, इस तो बाद अनऑर्डर्ड लिस्ट भी होंगी है, UL लगा लो, अनऑर्डर्ड लिस्ट बन जाएगी। BR टैग होंदा है लाइन ब्रेक करने वास्ते, भाव न्यू लाइन एंटर करनी होवे, ते टेबल टैग यूज़ होंदा है टेबल इंसर्ट करने वास्ते। टेबल की हाइट, उसका बॉर्डर कलर, उसकी सैल च कितनी स्पेसिंग, टेबल सैल पैडिंग, ये असी सारिया सैटिंग्स कर सकते हाँ। हुण इसनूं तुसी स्क्रीन ते देख सकते हो। टेबल डाटा जो असी एंटर करते हाँ उसकी अलाइनमेंट भी असी चेंज कर सकते हाँ, राइट, लैफ्ट, सेंटर या जस्टिफाई। इस तो बिना रो की स्पैनिंग भी दे सकते हाँ। हुण तुहानूं समझाउंदे हाँ ऑर्डर्ड अते अनऑर्डर्ड लिस्ट के कंसैप्ट्स की हन। तुसीं देखिया होना अक्सर असी लिस्ट बनाउंदे हाँ उसके अगे नंबरिंग करते हाँ, जिवें कि तुहानूं स्क्रीन ते राइट पार्ट ते दिख रहा है। कोडिंग वाल ध्यान नाल देखो, इस विच असी लिस्ट एंटर की हुई है अते सारे ऑर्डर्ड लिस्ट के टैग दे विच क्लोज किया होया। यह कोड लिखोगे तो तुहाडी ऑर्डर्ड लिस्ट बन जाएगी। इस तो बाद बनावांगे असी अनऑर्डर्ड लिस्ट। इस विच देखो तुहानू बुलेट नज़र आ रहे हैं, नंबरिंग नज़र नहीं आएगी। इस दे लिए भी सेम है, बस तुसी OL की जगह UL लिखना है। अगला टॉपिक है, विषय है CSS। CSS की है कैस्केडिंग स्टाइल शीट्स,
ਕੇਸਕੇਡਿੰਗ ਸਟਾਈਲ ਸ਼ੀਟਸ ਨੇ ਜੋ ਉਹ ਤੁਹਾਡੇ ਵੈਬ ਪੇਜ ਦੇ ਲੇਆਊਟਸ, ਡਿਜ਼ਾਈਨਸ, ਲੁੱਕਸ, ਕਲਰਸ, ਇਮੇਜਿਸ ਨੂੰ ਬਣਾਉਣ ਲਈ ਉਸਦੇ ਸੈਗਮੈਂਟਸ ਨੂੰ ਡਿਸਕ੍ਰਾਈਬ ਕਰਨ ਲਈ ਵਰਤੇ ਜਾਂਦੇ ਹਨ। CSS ਸ਼ੀਟਸ ਸਾਡੇ ਕੋਲ 3 ਤਰ੍ਹਾਂ ਦੀਆਂ ਹੁੰਦੀਆਂ ਹਨ। ਅਸੀਂ ਉਹਨਾਂ ਨੂੰ ਇੱਕ ਇੱਕ ਕਰਕੇ ਡਿਸਕਸ ਕਰਾਂਗੇ। ਪਹਿਲੀ ਹੈ ਇਨਲਾਈਨ ਸਟਾਈਲ ਸ਼ੀਟ। ਇਨਲਾਈਨ CSS ਹੈ ਜੋ ਉਹ ਇੱਕ ਐਲੀਮੈਂਟ ਨੂੰ ਯੂਨੀਕ ਸਟਾਈਲ ਦੇਣ ਵਿੱਚ ਮਦਦ ਕਰਦੀ ਹੈ। ਇਸ ਦਾ ਫਾਰਮੈਟ ਅਸੀਂ ਡਿਸਕਸ ਕਰਾਂਗੇ। ਖੱਬੇ ਪਾਸੇ ਦਿਖ ਰਿਹਾ ਹੈ ਤੁਹਾਨੂੰ ਕੋਡ ਅਤੇ ਸੱਜੇ ਪਾਸੇ ਉਸਦੀ ਆਊਟਪੁੱਟ। ਕੋਡ ਦੇ ਵਿੱਚ ਦੇਖੋ ਅਸੀਂ ਸਟਾਈਲ ਡਿਫਾਈਨ ਕੀਤਾ ਹੈ, ਜਿਸ ਦੇ ਵਿੱਚ ਕਲਰ ਰੈੱਡ ਅਤੇ ਬਾਰਡਰ ਦਿੱਤਾ ਹੈ ਅਤੇ ਉਸਦੀ ਟਾਈਪ ਸੋਲਿਡ ਦਿੱਤੀ ਹੈ। ਇਹ ਕੋਡਿੰਗ ਜੇ ਤੁਸੀਂ ਲਿਖੋਗੇ ਤਾਂ ਤੁਹਾਡੀ ਆਊਟਪੁੱਟ ਰਾਈਟ ਸਾਈਡ ਵਾਲੀ ਆਏਗੀ। ਇਸ ਨੂੰ ਕਹਿੰਦੇ ਹਨ ਇਨਲਾਈਨ ਸਟਾਈਲ। ਇਸ ਤੋਂ ਬਾਅਦ ਨੈਕਸਟ ਕਰਾਂਗੇ ਇੰਟਰਨਲ ਸਟਾਈਲ ਸ਼ੀਟ। ਇੰਟਰਨਲ ਸਟਾਈਲ ਸ਼ੀਟ ਹੈ ਜੋ ਉਹ ਪੂਰੇ ਵੈਬ ਪੇਜ ਦੇ ਸਟਾਈਲ ਅਤੇ ਡਿਜ਼ਾਈਨ ਬਦਲਣ ਵਾਸਤੇ, ਲੁੱਕ ਬਦਲਣ ਵਾਸਤੇ ਯੂਜ਼ ਹੁੰਦਾ ਹੈ। ਇਸ ਦੇ ਵਿੱਚ ਅਸੀਂ ਜੋ ਕੋਡਿੰਗ ਲਿਖਣੀ ਹੈ ਉਹ ਅਸੀਂ ਹੈੱਡ ਦੇ ਵਿੱਚ ਲਿਖਣੀ ਹੈ ਅਤੇ ਬੋਡੀ ਦੇ ਵਿੱਚ ਅਸੀਂ ਉਸਨੂੰ ਕਾਲ ਕਰ ਸਕਦੇ ਹਾਂ। ਜਿਵੇਂ ਕਿ ਅਸੀਂ ਡਿਫਾਈਨ ਕੀਤਾ ਹੈ P, ਉਸਦੇ ਵਿੱਚ ਅਸੀਂ ਸਾਰਾ ਸਟਾਈਲ ਡਿਫਾਈਨ ਕੀਤਾ ਅਤੇ ਉਸ ਤੋਂ ਬਾਅਦ ਬੋਡੀ ਵਿੱਚ ਉਸਨੂੰ ਕਾਲ ਕਰ ਲਿਆ। ਉਸਦੀ ਜੋ ਆਊਟਪੁੱਟ ਹੈ ਰਾਈਟ ਸਾਈਡ 'ਤੇ ਦੇਖ ਸਕਦੇ ਹੋ। ਇਸ ਤੋਂ ਅਗਲਾ ਅਸੀਂ ਕਰਾਂਗੇ ਐਕਸਟਰਨਲ ਸਟਾਈਲ ਸ਼ੀਟ। ਐਕਸਟਰਨਲ ਸਟਾਈਲ ਸ਼ੀਟ ਦੇ ਵਿੱਚ ਕੀ ਹੋਏਗਾ, ਇੱਕ ਨੋਟਪੈਡ ਅਸੀਂ ਖੋਲਾਂਗੇ। ਉਸ ਦੇ ਵਿੱਚ ਸ਼ੀਟ ਦੇ ਵਿੱਚ ਅਸੀਂ ਸਾਰਾ ਕੋਡ ਲਿਖਾਂਗੇ। ਜੋ ਜੋ ਡਿਜ਼ਾਈਨ ਅਸੀਂ ਚਾਹੁੰਦੇ ਹਾਂ ਉਹ ਅਸੀਂ ਇੱਕ ਫੰਕਸ਼ਨ ਦੀ ਤਰ੍ਹਾਂ ਬਣਾ ਲਾਂਗੇ। ਫਿਰ ਉਸਨੂੰ ਅਸੀਂ ਦੂਜੀ ਜੋ ਨੋਟਪੈਡ ਵਾਲਾ ਪ੍ਰੋਗਰਾਮ ਲਿਖਾਂਗੇ, ਉਸ ਦੇ ਵਿੱਚ ਅਸੀਂ ਉਸਨੂੰ ਕਾਲ ਕਰ ਲਾਂਗੇ ਤਾਂ ਕਿ ਉਹ ਆਟੋਮੈਟਿਕ ਸਾਰਾ ਸਟਾਈਲ ਹੈ। ਇਸ ਦਾ ਜੋ ਫੋਰਮੈਟ ਹੈ ਉਹ ਧਿਆਨ ਨਾਲ ਦੇਖੋ ਤੁਸੀਂ। ਇਸ ਦੇ ਵਿੱਚ ਲਿੰਕ ਕਰਨਾ ਹੈ ਅਸੀਂ ਉਸ ਸ਼ੀਟ ਨੂੰ, ਉਸਨੂੰ ਅਸੀਂ ਉਸਦਾ ਐਡਰੈਸ ਦੇ ਦਾਂਗੇ ਅਤੇ ਉਸਨੂੰ ਲਿੰਕ ਕਰ ਲਵਾਂਗੇ ਅਤੇ ਇਸ ਤੋਂ ਬਾਅਦ ਜੋ ਆਊਟਪੁੱਟ ਹੈ ਉਹ ਤੁਹਾਡੀ ਸਕਰੀਨ 'ਤੇ ਨਜ਼ਰ ਆ ਰਹੀ ਹੈ। ਇਸ ਦੇ ਕੀ ਫਾਇਦੇ ਹਨ? ਇਸ ਦਾ ਫਾਇਦਾ ਇਹ ਹੈ ਕਿ ਸਾਡਾ ਟਾਈਮ ਸੇਵ ਹੋ ਜਾਂਦਾ ਹੈ। ਜਦੋਂ ਬਹੁਤ ਸਾਰੇ ਡਿਜ਼ਾਈਨਸ ਲਗਾਉਣੇ ਆ ਤਾਂ ਅਸੀਂ ਉਹ ਸਾਰੇ ਡਿਜ਼ਾਈਨਸ ਨੂੰ ਇੱਕ ਸ਼ੀਟ 'ਤੇ ਲਗਾ ਲੈਂਦੇ ਹਾਂ ਅਤੇ ਉਸਨੂੰ ਬਾਰ-ਬਾਰ ਅਸੀਂ ਉੱਧਰ ਦੂਜੀ ਸ਼ੀਟ 'ਤੇ ਲਿੰਕ ਕਰ ਸਕਦੇ ਹਾਂ। ਇਸ ਦੇ ਨਾਲ ਸਾਡਾ ਟਾਈਮ ਬਚਦਾ ਹੈ। ਇਸ ਨੂੰ ਲੋਡ ਕਰਨਾ ਪੇਜਿਸ ਨੂੰ ਨੈੱਟ 'ਤੇ ਈਜ਼ੀ ਰਹਿੰਦਾ ਹੈ, ਮੇਨਟੇਨ ਕਰਨਾ ਵੀ ਈਜ਼ੀ ਰਹਿੰਦਾ ਹੈ ਅਤੇ ਸਟਾਈਲਸ ਬੜੇ ਸੁਪੀਰੀਅਰ ਬਣਦੇ ਹਨ। ਮਲਟੀਪਲ ਡਿਵਾਈਸਿਸ 'ਤੇ ਕੰਪੈਟੀਬਿਲਿਟੀ ਰਹਿੰਦੀ ਹੈ। ਤੁਸੀਂ ਕਿਸੇ ਵੀ ਓਪਰੇਟਿੰਗ ਸਿਸਟਮਸ 'ਤੇ ਚਲਾ ਸਕਦੇ ਹੋ। ਗਲੋਬਲ ਵੈਬ ਡਿਜ਼ਾਈਨਿੰਗ ਸਟੈਂਡਰਡ ਦਿੰਦੀ ਹੈ ਸਾਨੂੰ CSS। ਐਲੀਮੈਂਟ ਸਿਲੈਕਟਰ ਹੈ ਜੋ ਉਹ ਤੁਹਾਡਾ HTML ਦਾ ਐਲੀਮੈਂਟ ਸਿਲੈਕਟ ਕਰੇਗਾ ਜਿਸ ਨੂੰ ਅਸੀਂ ਡਿਜ਼ਾਈਨ ਕਰਨਾ ਹੁੰਦਾ ਹੈ। ਇਸ ਸਕਰੀਨ ਦੇ ਵਿੱਚ ਤੁਹਾਨੂੰ P ਐਲੀਮੈਂਟ ਹੈ ਅਤੇ ਉਸਦਾ ਡਿਜ਼ਾਈਨ ਅਸੀਂ ਕੀਤਾ ਹੈ, ਟੈਕਸਟ ਅਲਾਈਨ ਕਰਤਾ ਸੈਂਟਰ ਅਤੇ ਕਲਰ ਕਰਤਾ ਰੈੱਡ। ਇਸ ਤਰ੍ਹਾਂ ਨਾਲ ਅਸੀਂ ਐਲੀਮੈਂਟਸ ਨੂੰ ਡਿਜ਼ਾਈਨ ਕਰਦੇ ਹਾਂ। ਸਿਲੈਕਟਰਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਅਸੀਂ ਕੁਝ ਡਿਸਕਸ ਕਰਾਂਗੇ ਉਸ ਵਿੱਚੋਂ। The CSS ID selector uses the ID attribute of an HTML element to select a specific element। ਇੱਕ ਸਪੈਸੀਫਿਕ ਐਲੀਮੈਂਟ ਨੂੰ ਸਿਲੈਕਟ ਕੀਤਾ ਜਾਂਦਾ ਹੈ। ਇਸ ਵਿੱਚ ਗਰੁੱਪਿੰਗ ਦੇ ਵਿੱਚ ਕੀ ਹੋਏਗਾ, ਬਹੁਤ ਸਾਰੇ ਐਲੀਮੈਂਟਸ ਨੂੰ ਇਕੱਠਾ ਡਿਜ਼ਾਈਨ ਦੇ ਦਿੱਤਾ ਜਾਏਗਾ। ਇਸ ਵਿੱਚ ਉਦਾਹਰਨ ਜੋ ਹੈ, ਇਸ ਵਿੱਚ H1, H2 ਅਤੇ P ਤਿੰਨੋਂ ਐਲੀਮੈਂਟਸ ਹਨ ਜਿਨ੍ਹਾਂ ਦਾ ਸੈਂਟਰ ਅਲਾਈਨ ਕੀਤਾ ਹੈ ਟੈਕਸਟ ਅਤੇ ਕਲਰ ਰੈੱਡ ਕੀਤਾ ਹੈ। ਸਾਰੇ ਰੂਲਸ ਜੋ ਨੇ ਡਿਜ਼ਾਈਨਿੰਗ ਦੇ ਉਹ ਤਿੰਨੋਂ ਐਲੀਮੈਂਟਸ 'ਤੇ ਇੰਪਲੀਮੈਂਟ ਹੋਣਗੇ। ਇਹ ਕਲਾਸ ਸਿਲੈਕਟਰ ਦੀ ਉਦਾਹਰਨ ਹੈ। ਇਸ ਦੇ ਵਿੱਚ ਕੀ ਹੋਏਗਾ, ਰੂਲਸ ਜਿਹੜੇ ਹੋਣਗੇ ਉਹ ਆਲ ਐਲੀਮੈਂਟਸ 'ਤੇ ਲੱਗਣਗੇ। ਆਲ ਐਲੀਮੈਂਟਸ ਹੈਵਿੰਗ ਦੈਟ ਕਲਾਸ ਵਿਲ ਬੀ ਫੋਰਮਡ। ਇਸ ਸਾਰੇ ਐਲੀਮੈਂਟਸ ਜਿਹੜੇ ਕਲਾਸ ਦੇ ਹੋਣਗੇ ਉਹ ਇਸ ਰੂਲ ਦੇ ਅਕੋਰਡਿੰਗ ਹੀ ਡਿਜ਼ਾਈਨ ਹੋਣਗੇ। ਜੇਕਰ ਅਸੀਂ ਬਾਕਸ ਮਾਡਲ ਪਾਉਣਾ ਹੈ ਆਪਣੀ ਵੈੱਬਸਾਈਟ 'ਤੇ ਤਾਂ ਉਸ ਦਾ ਜੋ ਉਦਾਹਰਨ ਹੈ ਕੋਡਿੰਗ ਦੀ ਉਹ ਤੁਹਾਨੂੰ ਖੱਬੇ ਪਾਸੇ ਦਿਖ ਰਹੀ ਹੈ। ਇਸ ਦੇ ਵਿੱਚ ਅਸੀਂ ਕਿਵੇਂ ਡਿਵਾਈਡ ਕੀਤਾ ਹੈ ਬਾਕਸ ਨੂੰ, ਵਿਡਥ ਕਿੰਨੀ ਲੈਣੀ ਹੈ, ਬਾਰਡਰ ਕਿੰਨਾ ਲੈਣਾ ਹੈ, ਪੈਡਿੰਗ, ਮਾਰਜਨ, ਇਹ ਸਾਨੂੰ ਡਿਫਾਈਨ ਕਰਨਾ ਪਏਗਾ। ਇਸ ਤੋਂ ਬਿਨਾਂ ਬੱਚਿਓ CSS ਕੋਲ ਬਹੁਤ ਸਾਰੀਆਂ ਪ੍ਰੋਪਰਟੀਜ਼ ਹਨ ਜਿਵੇਂ ਫੌਂਟਸ, ਕਲਰ, ਲਿੰਕਸ, ਲਿਸਟ, ਬਾਰਡਰਸ, ਮਾਰਜਨ, ਪੈਡਿੰਗਸ, ਇਹ ਜੋ ਅਸੀਂ ਸੈੱਟ ਕਰ ਸਕਦੇ ਹਾਂ। ਇਹ ਸਾਰੀਆਂ ਸਟਾਈਲਸ ਸੈਟਿੰਗਸ ਕਰਨ ਵਾਸਤੇ ਤੁਹਾਨੂੰ ਆਪਣੀ ਕਿਤਾਬ ਦੇ ਵਿੱਚ ਇਸ ਦੇ ਫੋਰਮੈਟਸ ਦੇਖਣੇ ਪੈਣਗੇ। ਕਿਰਪਾ ਕਰਕੇ ਉਹ ਫੋਰਮੈਟਸ ਹੁਣ ਸਮਝੋ ਕਿਉਂਕਿ ਬੇਸਿਕਲੀ ਤੁਹਾਨੂੰ ਸਾਰਾ ਲੈਸਨ ਸਮਝਾ ਦਿੱਤਾ ਗਿਆ ਹੈ। W3C ਕੀ ਹੈ? W3C ਵਰਲਡ ਵਾਈਡ ਵੈਬ ਕੰਜ਼ੋਰਟਿਅਮ ਹੈ। ਇਹ ਇੰਟਰਨੈਸ਼ਨਲ ਕੰਪਨੀ ਹੈ ਜਿਹੜੀ ਕਿ ਸਟੈਂਡਰਡ ਡਿਵੈਲਪ ਕਰਦੀ ਹੈ ਇੱਕ ਅੱਛੀ
ਜੋ ਲੌਂਗ ਟਰਮ ਗਰੋਥ ਹੈ ਵੈਬ ਦੀ, ਮਤਲਬ ਜੋ ਪੇਜਿਸ ਹਨ ਉਸਦਾ ਜੋ ਸਟੈਂਡਰਡ ਪ੍ਰੋਵਾਈਡ ਕਰਨਾ ਹੈ ਉਹ W3C ਨੇ ਪ੍ਰੋਵਾਈਡ ਕਰਨਾ ਹੁੰਦਾ ਹੈ। ਵਟ ਯੂ ਸੇ ਇਜ਼ ਵਟ ਯੂ ਗੈਟ, ਇਹਦਾ ਮਤਲਬ ਹੁੰਦਾ ਜੋ ਵੀ ਤੁਸੀਂ ਇੰਸਟਰਕਸ਼ਨਸ ਦੋਗੇ ਤੁਹਾਨੂੰ ਉਸਦੀ ਹੀ ਆਊਟਪੁੱਟ ਅਕੋਰਡਿੰਗਲੀ ਮਿਲੇਗੀ। ਹੁਣ ਇੱਕ ਚੰਗਾ ਡਿਜ਼ਾਈਨ ਕਿਹੜਾ ਹੋਏਗਾ, ਜਿਸ ਦੇ ਸਾਰੇ ਗੁਣ ਹੋਣਗੇ ਉਹ ਚੰਗਾ ਡਿਜ਼ਾਈਨ ਹੋਏਗਾ। ਸਿੰਪਲੀਸਿਟੀ ਸਮਝ ਆਉਣੀ ਚਾਹੀਦਾ ਹੈ ਕਿ ਅਸੀਂ ਲਿਖਿਆ ਕੀ ਹੈ ਵੈਬ ਪੇਜ 'ਤੇ। ਕੰਸਿਸਟੈਂਸੀ ਪੂਰਾ ਕੰਸਿਸਟਿੰਗ ਹੋਣਾ ਚਾਹੀਦਾ ਹੈ, ਪੇਜ 'ਤੇ ਸਾਰੇ ਕੰਟੈਂਟਸ ਹੋਣੇ ਚਾਹੀਦੇ ਹਨ। ਅੱਛਾ ਮਲਟੀ ਡਿਵੀਜ਼ਨਲ ਡਿਜ਼ਾਈਨ ਹੋਣਾ ਚਾਹੀਦਾ ਹੈ, ਇਮੇਜ ਹੋਣੀ ਚਾਹੀਦੀ ਹੈ, ਪ੍ਰੋਪਰ ਵੀਡੀਓਜ਼ ਆਡੀਓਜ਼ ਕਮਿਊਨੀਕੇਬਲ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਜੋ ਸਮਝ ਆਉਣ। ਸੋਸ਼ਲ ਸ਼ੇਅਰਿੰਗ ਫੀਚਰ ਡਿਜ਼ਾਈਨ ਹੋਣੀਆਂ ਚਾਹੀਦੀਆਂ। ਸੋਸ਼ਲ ਸ਼ੇਅਰਿੰਗ ਫੀਚਰ ਤੋਂ ਇਲਾਵਾ ਵੈਬ ਪੇਜ ਦੇ ਸਾਰੇ ਮੇਨ ਕੰਟੈਂਟਸ ਹੋਣੇ ਚਾਹੀਦੇ ਹਨ ਅਤੇ ਉਸ ਤੋਂ ਬਾਅਦ ਉਸਦੀਆਂ ਸਬ ਆਪਸ਼ਨਲ ਖੁੱਲ੍ਹਣੀਆਂ ਚਾਹੀਦੀਆਂ ਹਨ। ਮੈਂ ਤੁਹਾਨੂੰ ਸਾਰਾ ਲੈਸਨ ਸਮਝਾਇਆ, ਜੇ ਪਸੰਦ ਆਇਆ ਤਾਂ ਸ਼ੇਅਰ ਜ਼ਰੂਰ ਕਰੋ।